ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਹਾਂ ਜੀ ਸੁਰਭੀ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਹਾਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਅਮਰੀਕਾ ਵੱਲੋਂ ਕਰੀਬ 2300 ਮੈਕਸੀਕਨਜ਼ ਨੂੰ ਗੁਆਟੇਮਾਲਾ ਭੇਜਿਆ, ਮੈਕਸੀਕੋ ਨੇ ਕੀਤਾ ਵਿਰੋਧ। ਅਮਰੀਕੀ B1 B2 ਵੀਜ਼ੇ ਲਈ $750 ਦੇ ਕੇ 10 ਕੰਮਕਾਜੀ ਦਿਨਾਂ ਅੰਦਰ ਇੰਟਰਵਿਊ ਲੈਣ ਦੀ ਨਵੀਂ ਯੋਜਨਾ। ਅਮਰੀਕਾ ਦਾ ਨਵਾਂ ਡੈਪੋਟੇਸ਼ਨ ਕਦਮ, ਲਾਈਬੇਰੀਆ 1200 ਵਿਦੇਸ਼ੀਆਂ ਨੂੰ ਕਰੇਗਾ ਸਵੀਕਾਰ। ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਜੁੜੀਆਂ ਮੇਜਰ ਸਿੰਘ FBI ਦੀ ਵਾਂਟਡ ਸੂਚੀ ਵਿੱਚ। ਅਮਰੀਕਾ ਵਿੱਚ ਲਾਇਸੈਂਸ ਪਲੇਟ ਕੈਮਰੇ ਦੇ ਖਿਲਾਫ ਵਧਿਆ ਵਿਰੋਧ, ਕਈ ਥਾਵਾਂ ਤੇ ਕੈਮਰੇ ਤੋੜੇ ਗਏ। ਅਮਰੀਕਾ ਸਿਰ ਚੜਿਆ $40 ਖਰਬ ਕਰਜ਼ਾ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਤਮਾਮ ਖਬਰਾਂ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੇ ਦੌਰਾਨ ਡੈਪੋਟੇਸ਼ਨ ਮੁਹਿੰਮ ਲਗਾਤਾਰ ਤੇਜ਼ ਹੋ ਰਹੀ ਹੈ। ਹੁਣ ਅਮਰੀਕਾ ਨੇ ਇਸ ਨਾਲ ਕਰੀਬ 2300 ਮੈਕਸੀਕਨ ਨਾਗਰਿਕਾਂ ਨੂੰ ਸਿੱਧਾ ਮੈਕਸੀਕੋ ਭੇਜਣ ਦੀ ਬਜਾਏ ਗੁਆਟੇਮਾਲਾ ਭੇਜਿਆ ਹੈ। ਮੈਕਸੀਕੋ ਸਰਕਾਰ ਨੇ ਇਸ ਕਦਮ ਤੇ ਸਖਤ ਇਤਰਾਜ਼ ਜਤਾਇਆ ਹੈ। ਗੁਆਟੇਮਾਲਾ ਦੇ ਰਾਸ਼ਟਰਪਤੀ ਬਰਨਾਰਡੋ ਅਰੇਵਾਲੋ ਨੇ ਪੁਸ਼ਟੀ ਕੀਤੀ ਹੈ ਕਿ 2026 ਦੇ ਦੌਰਾਨ ਹੁਣ ਤੱਕ 2284 ਮੈਕਸੀਕਨ ਨਾਗਰਿਕ ਅਮਰੀਕਾ ਤੋਂ ਡਿਪੋਰਟ ਹੋ ਕੇ ਗੁਆਟੇਮਾਲਾ ਪਹੁੰਚੇ ਹਨ। ਉਹਨਾਂ ਦੇ ਮੁਤਾਬਕ ਇਹ ਲੋਕ ਗੁਆਟੇਮਾਲਾ ਵਿੱਚ ਸਿਰਫ ਟ੍ਰਾਂਜ਼ਿਟ ਵਜੋਂ ਆਉਂਦੇ ਹਨ ਅਤੇ ਮੈਕਸੀਕਨ ਸਰਕਾਰ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ 24 ਘੰਟਿਆਂ ਦੇ ਅੰਦਰ ਮੈਕਸੀਕੋ ਵਾਪਸ ਭੇਜ ਦਿੱਤਾ ਜਾਂਦਾ ਹੈ। ਮੈਕਸੀਕੋ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਸਨੇ ਅਮਰੀਕੀ ਅਧਿਕਾਰੀਆਂ ਦੇ ਕੋਲ ਇਸ ਤਰੀਕੇ ਦਾ ਵਿਰੋਧ ਦਰਜ ਕਰਵਾਇਆ ਹੈ। ਮੈਕਸੀਕੋ ਦਾ ਇਹ ਕਹਿਣਾ ਹੈ ਕਿ ਹਰ ਮੈਕਸੀਕਨ ਨਾਗਰਿਕ ਨੂੰ ਆਪਣੇ ਦੇਸ਼ ਵਾਪਸ ਆਉਣ ਦਾ ਅਧਿਕਾਰ ਹੈ ਅਤੇ ਉਹਨਾਂ ਨੂੰ ਕਿਸੇ ਤੀਜੇ ਦੇਸ਼ ਰਾਹੀਂ ਭੇਜਣ ਦੀ ਲੋੜ ਨਹੀਂ ਹੈ। ਇਹ ਮਾਮਲਾ ਟਰੰਪ ਪ੍ਰਸ਼ਾਸਨ ਦੀ ਥਰਡ ਕੰਟਰੀ ਡੈਪੋਟੇਸ਼ਨ ਨੀਤੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਇਸ ਤਹਿਤ ਅਮਰੀਕਾ ਕੁਝ ਡਿਪੋਰਟ ਕੀਤੇ ਪ੍ਰਵਾਸੀਆਂ ਨੂੰ ਉਹਨਾਂ ਦੇ ਆਪਣੇ ਦੇਸ਼ ਦੀ ਬਜਾਏ ਕਿਸੇ ਹੋਰ ਦੇਸ਼ ਭੇਜ ਰਿਹਾ ਹੈ। ਮੈਕਸੀਕਨਜ਼ ਨੂੰ ਗੁਆਟੇਮਾਲਾ ਤੋਂ ਇਲਾਵਾ ਹੋਂਡੂਰਸ ਵੀ ਭੇਜੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਰਿਪੋਰਟ ਦੇ ਮੁਤਾਬਕ ਮਈ ਤੋਂ ਜੁਲਾਈ ਦੇ ਵਿਚਕਾਰ ਘੱਟੋ-ਘੱਟ 165 ਮੈਕਸੀਕਨ ਨਾਗਰਿਕ ਹੋਂਡੂਰਸ ਭੇਜੇ ਗਏ। ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਇਹ ਕਹਿਣਾ ਹੈ ਕਿ ਸਰਕਾਰ ਟਰੰਪ ਦੇ ਵਾਅਦੇ ਦੇ ਮੁਤਾਬਕ ਇਤਿਹਾਸ ਦੀ ਸਭ ਤੋਂ ਵੱਡੀ ਡੈਪੋਟੇਸ਼ਨ ਮੁਹਿੰਮ ਚਲਾਉਣ ਦੇ ਲਈ ਕਾਨੂੰਨੀ ਤੌਰ ਤੇ ਉਪਲਬਧ ਸਾਰੇ ਵਿਕਲਪਾਂ ਦੀ ਵਰਤੋਂ ਕਰ ਰਹੀ ਹੈ। ਅਮਰੀਕੀ ਪ੍ਰਸ਼ਾਸਨ ਦੀ ਇਸ ਨੀਤੀ ਨੂੰ ਮਾਈਗ੍ਰੇਸ਼ਨ ਰੋਕਣ ਲਈ ਡਿਟੈਰੈਂਸ ਵਜੋਂ ਦੇਖਿਆ ਜਾ ਰਿਹਾ ਹੈ। ਭਾਵ ਡਿਪੋਰਟ ਕੀਤੇ ਲੋਕਾਂ ਨੂੰ ਅਮਰੀਕਾ ਦੀ ਸਰਹੱਦ ਮੁੜ ਪਾਰ ਕਰਨ ਤੋਂ ਰੋਕਣਾ। ਮਨੁੱਖੀ ਅਧਿਕਾਰਾਂ ਦੇ ਨਾਲ ਜੁੜੀਆਂ ਸੰਸਥਾਵਾਂ ਨੇ ਤੀਜੇ ਦੇਸ਼ਾਂ ਦੇ ਵਿੱਚ ਡੈਪੋਟੇਸ਼ਨ ਤੇ ਚਿੰਤਾ ਜਤਾਈ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਕਿਸੇ ਵਿਅਕਤੀ ਨੂੰ ਅਜਿਹੇ ਦੇਸ਼ ਭੇਜਣਾ ਜਿਸ ਨਾਲ ਉਸਦਾ ਸਿੱਧਾ ਸੰਬੰਧ ਨਹੀਂ ਹੈ, ਉਸ ਲਈ ਅਸੁਰੱਖਿਆ ਅਤੇ ਅਨਿਸ਼ਚਿਤਤਾ ਪੈਦਾ ਕਰ ਸਕਦਾ ਹੈ। ਇਸ ਦੇ ਨਾਲ ਹੀ ਮੈਕਸੀਕੋ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਵਿੱਚ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਤਣਾਅ ਵੱਧਦਾ ਦਿਖਾਈ ਦੇ ਰਿਹਾ ਹੈ। ਮੈਕਸੀਕੋ ਸਰਕਾਰ ਨੇ ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਰਵਾਈਆਂ ਦੌਰਾਨ ਆਪਣੇ ਨਾਗਰਿਕਾਂ ਨਾਲ ਜੁੜੀਆਂ ਮੌਤਾਂ ਅਤੇ ਆਈਸ ਡਿਟੈਂਸ਼ਨ ਸੈਂਟਰਾਂ ਲਈ ਦੀਆਂ ਜੋ ਹਾਲਾਤਾਂ ਤੇ ਵੀ ਚਿੰਤਾ ਜਤਾਈ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ 18 ਅਗਸਤ 2026 ਨੂੰ ਵਿਜ਼ਿਟਰ ਵੀਜ਼ਾ ਲੈਣ ਵਾਲਿਆਂ ਲਈ ਇੱਕ ਨਵਾਂ ਪੇਡ ਐਕਸਪੀਡੀਟਿਡ ਅਪਾਇੰਟਮੈਂਟ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਯੋਜਨਾ ਤਹਿਤ ਯੋਗ B ਸ਼੍ਰੇਣੀ ਦੇ ਬਿਜ਼ਨਸ ਜਾਂ ਟੂਰਿਸਟ ਵੀਜ਼ਾ ਬਿਨੇਕਾਰ ਵਾਧੂ $750 ਫੀਸ ਦੇ ਕੇ ਜੇ ਸਮਾਂ ਉਪਲਬਧ ਹੋਵੇ 10 ਕੰਮਕਾਜੀ ਦਿਨਾਂ ਦੇ ਅੰਦਰ ਵੀਜ਼ਾ ਇੰਟਰਵਿਊ ਲੈ ਸਕਦੇ ਹਨ। ਇਹ ਯੋਜਨਾ ਫਿਲਹਾਲ ਚੁਣੀਆਂ ਹੋਈਆਂ ਅਮਰੀਕੀ ਐਮਬੈਸੀਆਂ ਅਤੇ ਕੰਸਲਟੇਟਾਂ ਦੇ ਵਿੱਚ ਟੈਸਟ ਵਜੋਂ ਚਲਾਈ ਜਾ ਰਹੀ ਹੈ ਅਤੇ 31 ਦਸੰਬਰ 2026 ਤੱਕ ਜਾਰੀ ਰਹੇਗੀ। ਇਹ $750 ਦੀ ਫੀਸ ਆਮ $185 MRV ਵੀਜ਼ਾ ਅਰਜ਼ੀ ਫੀਸ ਤੋਂ ਵੱਖਰੀ ਅਤੇ ਵਾਧੂ ਹੋਵੇਗੀ। ਬਿਨੇਕਾਰ ਨੂੰ ਪਹਿਲਾਂ ਆਮ ਤਰੀਕੇ ਨਾਲ ਫੀਸ ਭਰ ਕੇ ਆਪਣਾ ਰੈਗੂਲਰ ਇੰਟਰਵਿਊ ਬੁੱਕ ਕਰਨਾ ਪਵੇਗਾ। ਜੇ ਉਸ ਦੇ ਦੇਸ਼ ਵਿੱਚ ਪੇਡ ਐਕਸਪੀਡਾਈਟ ਦੀ ਸਹੂਲਤ ਹੈ ਅਤੇ ਅਪਾਇੰਟਮੈਂਟ ਉਪਲਬਧ ਹੋਵੇ ਤਾਂ ਉਹ ਵਾਧੂ ਫੀਸ ਦੇ ਕੇ ਪਹਿਲਾਂ ਦੀ ਤਾਰੀਖ ਲੈ ਸਕੇਗਾ। ਵਿਦੇਸ਼ ਵਿਭਾਗ ਨੇ ਸਾਫ਼ ਕੀਤਾ ਹੈ ਕਿ $750 ਦੇਣ ਦੇ ਨਾਲ ਵੀਜ਼ਾ ਮਿਲਣ ਦੀ ਕੋਈ ਗਾਰੰਟੀ ਨਹੀਂ ਹੈ। ਇਸ ਨਾਲ ਸਿਰਫ ਇੰਟਰਵਿਊ ਦੀ ਤਾਰੀਖ ਜਲਦੀ ਮਿਲੇਗੀ। ਵੀਜ਼ਾ ਸਕਰੀਨਿੰਗ ਅਤੇ ਮਨਜ਼ੂਰੀ ਦੇ ਸਾਰੇ ਨਿਯਮ ਪਹਿਲਾਂ ਵਾਂਗ ਹੀ ਰਹਿਣਗੇ। ਇਹ ਫੀਸ ਵਾਪਸ ਨਹੀਂ ਹੋਵੇਗੀ ਅਤੇ ਪੇਡ ਐਕਸਪੀਡਾਈਟ ਅਪਾਇੰਟਮੈਂਟ ਨੂੰ ਬਾਅਦ ਵਿੱਚ ਬਦਲਿਆ ਵੀ ਨਹੀਂ ਜਾ ਸਕੇਗਾ। ਇੰਟਰਵਿਊ ਮਿਸ ਹੋਣ ਤੇ $750 ਦੀ ਰਕਮ ਵੀ ਖਤਮ ਹੋ ਜਾਵੇਗੀ। 18 ਅਗਸਤ ਤੋਂ ਕੈਨੇਡਾ, ਬੋਗੋਟਾ, ਗੁਆਟੇਮਾਲਾ ਸਿਟੀ, ਸੈਨ ਜੋਸ ਅਤੇ ਹੋਰ ਬਹੁਤ ਸਾਰੇ ਸਿਟੀਜ਼ ਵਿੱਚ ਇਹ ਸਹੂਲਤ ਸ਼ੁਰੂ ਹੋਈ ਹੈ। ਮੈਕਸੀਕੋ ਵਿੱਚ ਇਹ ਪਾਇਲਟ ਪਹਿਲਾਂ ਹੀ 21 ਜੁਲਾਈ ਤੋਂ ਚੱਲ ਰਿਹਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਦੇਸ਼ ਵੀ ਇਸ ਯੋਜਨਾ ਦੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਭਾਰਤ ਇਸ ਵੇਲੇ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਨਹੀਂ ਹੈ।
ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਲੈ ਕੇ ਇੱਕ ਹੋਰ ਵੱਡਾ ਕਦਮ ਸਾਹਮਣੇ ਆਇਆ ਹੈ। ਲਾਇਬੇਰੀਆ ਨੇ ਅਗਲੇ 1 ਸਾਲ ਦੌਰਾਨ ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ 1200 ਤੱਕ ਵਿਦੇਸ਼ੀ ਨਾਗਰਿਕਾਂ ਨੂੰ ਸਵੀਕਾਰ ਕਰਨ ਲਈ ਸਹਿਮਤੀ ਦਿੱਤੀ ਹੈ। BBC ਦੀ ਰਿਪੋਰਟ ਦੇ ਮੁਤਾਬਕ ਇਹ ਅਮਰੀਕਾ ਤੇ ਕਿਸੇ ਤੀਜੇ ਦੇਸ਼ ਦੇ ਵਿਚਕਾਰ ਹੋਏ ਸਭ ਤੋਂ ਵੱਡੇ ਅਜਿਹੇ ਸਮਝੌਤਿਆਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਦੇ ਵੱਲੋਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਿਲਾਫ ਕਾਰਵਾਈ ਤੇਜ਼ ਕੀਤੀ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਅਮਰੀਕਾ ਹੁਣ ਕੁਝ ਅਜਿਹੇ ਲੋਕਾਂ ਨੂੰ ਵੀ ਉਹਨਾਂ ਦੇ ਮੂਲ ਦੇਸ਼ਾਂ ਦੀ ਬਜਾਏ ਤੀਜੇ ਦੇਸ਼ਾਂ ਵਿੱਚ ਭੇਜਣ ਲਈ ਸਮਝੌਤੇ ਕਰ ਰਿਹਾ ਹੈ। ਲਾਇਬੇਰੀਆ ਦੇ ਨਾਲ ਹੋਇਆ ਇਹ ਸਮਝੌਤਾ ਵੀ ਇਸੇ ਨੀਤੀ ਦਾ ਇੱਕ ਹਿੱਸਾ ਹੈ। ਸੋ ਇਸ ਤਹਿਤ ਅਮਰੀਕਾ ਦੇ ਵੱਲੋਂ ਡਿਪੋਰਟ ਕੀਤੇ ਗਏ 1200 ਤੱਕ ਵਿਦੇਸ਼ੀ ਨਾਗਰਿਕਾਂ ਨੂੰ ਲਾਇਬੇਰੀਆ ਦੇ ਵਿੱਚ ਦਾਖਲਾ ਦਿੱਤਾ ਜਾ ਸਕਦਾ ਹੈ। ਇਸ ਨੀਤੀ ਨੂੰ ਥਰਡ ਕੰਟਰੀ ਡੈਪੋਟੇਸ਼ਨ ਕਿਹਾ ਜਾ ਰਿਹਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਵਿਦੇਸ਼ੀ ਨਾਗਰਿਕ ਨੂੰ ਅਮਰੀਕਾ ਤੋਂ ਕੱਢਿਆ ਜਾਂਦਾ ਹੈ ਤਾਂ ਉਸ ਨੂੰ ਲਾਜ਼ਮੀ ਤੌਰ ਤੇ ਆਪਣੇ ਦੇਸ਼ ਵਾਪਸ ਭੇਜਣ ਦੀ ਬਜਾਏ ਕਿਸੇ ਹੋਰ ਦੇਸ਼ ਵਿੱਚ ਭੇਜਿਆ ਜਾ ਸਕਦਾ ਹੈ। ਹਾਲ ਹੀ ਦੇ ਵਿੱਚ ਮੈਕਸੀਕਨ ਨਾਗਰਿਕਾਂ ਨੂੰ ਗੁਆਟੇਮਾਲਾ ਭੇਜਣ ਦਾ ਮਾਮਲਾ ਵੀ ਇਸੇ ਤਰ੍ਹਾਂ ਦੀ ਨੀਤੀ ਨੂੰ ਲੈ ਕੇ ਚਰਚਾ ਵਿੱਚ ਆਇਆ ਹੈ। ਟਰੰਪ ਪ੍ਰਸ਼ਾਸਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਡਿਪੋਰਟ ਕਰਨ ਦੀ ਨੀਤੀ ਤੇ ਜ਼ੋਰ ਦੇ ਰਿਹਾ ਹੈ। ਇਸ ਲਈ ਅਮਰੀਕਾ ਵੱਖ-ਵੱਖ ਦੇਸ਼ਾਂ ਦੇ ਨਾਲ ਅਜਿਹੇ ਸਮਝੌਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਡੈਪੋਟੇਸ਼ਨ ਦੇ ਲਈ ਹੋਰ ਵਿਕਲਪ ਉਪਲਬਧ ਹੋ ਸਕਣ। ਲਾਇਬੇਰੀਆ ਦੇ ਨਾਲ 1200 ਲੋਕਾਂ ਵਾਲਾ ਸਮਝੌਤਾ ਇਸ ਵੱਧ ਰਹੀ ਥਰਡ ਕੰਟਰੀ ਡੈਪੋਟੇਸ਼ਨ ਨੀਤੀ ਦੀ ਇੱਕ ਮਹੱਤਵਪੂਰਨ ਉਦਾਹਰਨ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ FBI ਨੇ ਭਾਰਤੀ ਨਾਗਰਿਕ ਮੇਜਰ ਸਿੰਘ ਨੂੰ ਆਪਣੀ ਵਾਂਟਡ ਸੂਚੀ ਵਿੱਚ ਸ਼ਾਮਲ ਕੀਤਾ ਹੈ। FBI ਦਾ ਦੋਸ਼ ਹੈ ਕਿ ਮੇਜਰ ਸਿੰਘ ਦਾ ਸਬੰਧ ਪੰਜਾਬ ਤੋਂ ਸ਼ੁਰੂ ਹੋਏ ਜੱਗੂ ਭਗਵਾਨਪੁਰੀਆ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨਾਲ ਹੈ, ਜਿਸ ਦੀਆਂ ਸਰਗਰਮੀਆਂ ਅਮਰੀਕਾ ਸਮੇਤ ਕਈ ਦੇਸ਼ਾਂ ਤੱਕ ਫੈਲੀਆਂ ਹੋਣ ਦਾ ਦਾਅਵਾ ਕੀਤਾ ਗਿਆ ਹੈ। FBI ਦੀ ਅਧਿਕਾਰਤ ਜਾਣਕਾਰੀ ਦੇ ਮੁਤਾਬਕ ਮੇਜਰ ਸਿੰਘ ਉੱਤੇ ਸੰਗਠਿਤ ਅਪਰਾਧ ਨਾਲ ਜੁੜੀ ਸਾਜ਼ਿਸ਼ ਅਤੇ ਬਿਨਾਂ ਲਾਇਸੈਂਸ ਹਥਿਆਰਾਂ ਦਾ ਕਾਰੋਬਾਰ ਕਰਨ ਦੀ ਸਾਜ਼ਿਸ਼ ਸਮੇਤ ਦੋਸ਼ ਲਗਾਏ ਗਏ ਹਨ। ਜਾਂਚ ਏਜੰਸੀ ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਵੰਡ ਨਾਲ ਜੁੜੀਆਂ ਕਥਿਤ ਸਰਗਰਮੀਆਂ ਨਾਲ ਵੀ ਜੋੜਿਆ ਹੈ। 25 ਜੂਨ 2026 ਨੂੰ ਲਾਸ ਐਂਜਲਸ ਸਥਿਤ ਅਮਰੀਕੀ ਫੈਡਰਲ ਅਦਾਲਤ ਦੇ ਵੱਲੋਂ ਉਸ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਅਮਰੀਕੀ ਨਿਆਂ ਵਿਭਾਗ ਦੇ ਮੁਤਾਬਕ ਜੱਗੂ ਭਗਵਾਨਪੁਰੀਆ ਦੇ ਗਰੁੱਪ ਦੇ ਖਿਲਾਫ ਚੱਲੀ ਵੱਡੀ ਕਾਰਵਾਈ ਵਿੱਚ 17 ਲੋਕਾਂ ਦੇ ਖਿਲਾਫ ਫੈਡਰਲ ਦੋਸ਼ ਲਗਾਏ ਗਏ ਹਨ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਇਸ ਨੈਟਵਰਕ ਨਾਲ ਦੁਨੀਆ ਭਰ ਵਿੱਚ 1000 ਤੋਂ ਵੱਧ ਮੈਂਬਰ ਜਾਂ ਸਹਿਯੋਗੀ ਜੁੜੇ ਹੋ ਸਕਦੇ ਹਨ ਅਤੇ ਅਮਰੀਕਾ ਦੇ ਵਿੱਚ ਵੀ ਇਸ ਦੇ 100 ਤੋਂ ਵੱਧ ਮੈਂਬਰ ਜਾਂ ਸਾਥੀ ਹੋਣ ਦਾ ਦੋਸ਼ ਹੈ। ਗਰੁੱਪ ਉੱਤੇ ਫਰੋਤੀ, ਹਥਿਆਰਾਂ ਦੀ ਤਸਕਰੀ, ਨਸ਼ਿਆਂ ਦੀ ਤਸਕਰੀ, ਅਗਵਾ ਅਤੇ ਕਤਲ ਲਈ ਸਾਜ਼ਿਸ਼ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਤੋਂ ਪਹਿਲਾਂ ਵੀ ਨਿਤਿਸ਼ ਕੌਸ਼ਲ ਅਤੇ ਹਰਮਨਵੀਰ ਸਿੰਘ ਸਮੇਤ ਜੱਗੂ ਭਗਵਾਨਪੁਰੀਆ ਨੈਟਵਰਕ ਨਾਲ ਕਥਿਤ ਤੌਰ ਤੇ ਜੁੜੇ ਹੋਰ ਵਿਅਕਤੀਆਂ ਦੇ ਨਾਂ FBI ਦੀ ਵਾਂਟਡ ਸੂਚੀ ਵਿੱਚ ਸਾਹਮਣੇ ਆ ਚੁੱਕੇ ਹਨ। FBI ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮੇਜਰ ਸਿੰਘ ਬਾਰੇ ਜਾਣਕਾਰੀ ਹੋਵੇ ਤਾਂ ਉਹ ਏਜੰਸੀ ਦੇ ਨਾਲ ਸੰਪਰਕ ਕਰੇ। ਇਹ ਸਾਰੇ ਦੋਸ਼ ਜਾਂਚ ਏਜੰਸੀਆਂ ਅਤੇ ਅਦਾਲਤੀ ਦਸਤਾਵੇਜ਼ਾਂ ਵਿੱਚ ਲਗਾਏ ਗਏ ਹਨ। ਮੇਜਰ ਸਿੰਘ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੱਕ ਕਾਨੂੰਨੀ ਤੌਰ ਤੇ ਬੇਕਸੂਰ ਮੰਨਿਆ ਜਾਵੇਗਾ। ਅਮਰੀਕਾ ਵਿੱਚ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਕੈਮਰੇ ਫਿੱਟ ਕੀਤੇ ਹਨ, ਜੋ ਮੁੱਖ ਤੌਰ ਤੇ ਚੋਰੀ ਹੋਈਆਂ ਗੱਡੀਆਂ, ਅਪਰਾਧ ਵਿੱਚ ਵਰਤੇ ਵਾਹਨਾਂ ਅਤੇ ਸ਼ੱਕੀ ਗੱਡੀਆਂ ਨੂੰ ਜਲਦੀ ਲੱਭਣ ਦੇ ਲਈ ਹੁੰਦੇ ਹਨ। ਇਹ ਕੈਮਰੇ ਸੜਕ ਤੋਂ ਲੰਘਣ ਵਾਲੀਆਂ ਗੱਡੀਆਂ ਦੀਆਂ ਨੰਬਰ ਪਲੇਟਾਂ ਆਪਣੇ ਆਪ ਸਕੈਨ ਕਰਦੇ ਹਨ ਤਾਂ ਜੋ ਪੁਲਿਸ ਨੂੰ ਜਾਂਚ ਅਤੇ ਅਪਰਾਧੀਆਂ ਦੀ ਪਛਾਣ ਦੇ ਵਿੱਚ ਮਦਦ ਮਿਲ ਸਕੇ। ਪਰ ਹੁਣ ਇਹ ਕੈਮਰੇ ਅਮਰੀਕਾ ਵਿੱਚ ਵੱਡੀ ਬਹਿਸ ਦਾ ਕਾਰਨ ਬਣ ਰਹੇ ਹਨ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਡਰ ਹੈ ਕਿ ਅਪਰਾਧ ਰੋਕਣ ਦੇ ਨਾਂ ਤੇ ਉਹਨਾਂ ਦੀ ਰੋਜ਼ਾਨਾ ਆਵਾਜਾਈ ਅਤੇ ਨਿੱਜੀ ਸਰਗਰਮੀਆਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ ਵਾਹਨਾਂ ਦੀਆਂ ਲਾਇਸੈਂਸ ਪਲੇਟਾਂ ਨੂੰ ਆਪਣੇ ਆਪ ਪੜ੍ਹਨ ਅਤੇ ਰਿਕਾਰਡ ਕਰਨ ਵਾਲੇ ਕੈਮਰਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਨਿੱਜਤਾ ਸੰਬੰਧੀ ਚਿੰਤਾ ਵੱਧਦੀ ਜਾ ਰਹੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਝ ਲੋਕਾਂ ਵੱਲੋਂ ਅਜਿਹੇ ਕੈਮਰਿਆਂ ਨੂੰ ਨੁਕਸਾਨ ਪਹੁੰਚਾਉਣ, ਉਹਨਾਂ ਉੱਤੇ ਰੰਗ ਕਰਨ ਜਾਂ ਉਹਨਾਂ ਨੂੰ ਹਟਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸੋ ਡੀ ਫਲੋਕ ਆਰਗੇਨਾਈਜੇਸ਼ਨ ਨਾਮੀ ਇੱਕ ਜਨਤਕ ਟਰੈਕਟਰ ਦੇ ਮੁਤਾਬਕ ਅਮਰੀਕਾ ਦੇ ਵਿੱਚ 1,30,000 ਤੋਂ ਵੱਧ ਆਟੋਮੈਟਿਕ ਲਾਇਸੈਂਸ ਪਲੇਟ ਰੀਡਰ ਲੱਗੇ ਹੋਏ ਹਨ। ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਹਨਾਂ ਕੈਮਰਿਆਂ ਨੂੰ ਅਪਰਾਧ ਦੀ ਜਾਂਚ ਵਿੱਚ ਮਦਦਗਾਰ ਦੱਸਦੀਆਂ ਹਨ। ਇਹ ਕੈਮਰੇ ਸੜਕਾਂ ਤੋਂ ਲੰਘ ਰਹੀਆਂ ਗੱਡੀਆਂ ਦੀਆਂ ਪਲੇਟਾਂ ਨੂੰ ਸਕੈਨ ਕਰਕੇ ਜਾਣਕਾਰੀ ਸੰਭਾਲਦੇ ਹਨ, ਜਿਸ ਨਾਲ ਚੋਰੀ ਦੀ ਗੱਡੀ ਜਾਂ ਕਿਸੇ ਸ਼ੱਕੀ ਵਾਹਨ ਨੂੰ ਲੱਭਣ ਵਿੱਚ ਮਦਦ ਮਿਲ ਸਕਦੀ ਹੈ। ਦੂਜੇ ਪਾਸੇ ਨਿੱਜਤਾ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਇਹ ਪ੍ਰਣਾਲੀ ਲੋਕਾਂ ਦੀ ਰੋਜ਼ਾਨਾ ਆਵਾਜਾਈ ਦਾ ਰਿਕਾਰਡ ਵੀ ਤਿਆਰ ਕਰ ਸਕਦੀ ਹੈ। ਉਹਨਾਂ ਦੀ ਚਿੰਤਾ ਹੈ ਕਿ ਇਸ ਜਾਣਕਾਰੀ ਰਾਹੀਂ ਇਹ ਪਤਾ ਲੱਗ ਸਕਦਾ ਹੈ ਕਿ ਕੋਈ ਵਿਅਕਤੀ ਕਿਹੜੇ ਡਾਕਟਰ ਦੇ ਕੋਲ ਗਿਆ ਹੈ, ਕਿਸ ਧਾਰਮਿਕ ਥਾਂ, ਦੁਕਾਨ ਜਾਂ ਹੋਰ ਸਥਾਨ ਤੇ ਗਿਆ। ਰਿਪੋਰਟ ਦੇ ਅਨੁਸਾਰ ਕੁਝ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਉੱਤੇ ਕੈਮਰਿਆਂ ਦੇ ਡੇਟਾ ਦੀ ਗਲਤ ਵਰਤੋਂ ਕਰਨ ਦੇ ਦੋਸ਼ ਵੀ ਲੱਗੇ ਹਨ। ਇਹ ਵੀ ਰਿਪੋਰਟ ਕੀਤਾ ਗਿਆ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਏਜੰਸੀ ਆਈਸ ਨੇ ਕੁਝ ਮਾਮਲਿਆਂ ਦੇ ਵਿੱਚ ਸਥਾਨਕ ਏਜੰਸੀਆਂ ਰਾਹੀਂ ਇਸ ਡੇਟਾਬੇਸ ਦੀ ਵਰਤੋਂ ਇਮੀਗ੍ਰੇਸ਼ਨ ਸੰਬੰਧੀ
ਖੋਜਾਂ ਲਈ ਕੀਤੀ ਹੈ। ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਸਰਕਾਰੀ ਜਾਂ ਨਿੱਜੀ ਜਾਇਦਾਦ ਨੂੰ ਤੋੜਨਾ ਕਾਨੂੰਨੀ ਤੌਰ ਤੇ ਜ਼ੁਰਮ ਹੈ। ਇਸ ਲਈ ਲਾਇਸੈਂਸ ਪਲੇਟ ਕੈਮਰਿਆਂ ਬਾਰੇ ਚੱਲ ਰਹੀ ਬਹਿਸ ਹੁਣ ਅਪਰਾਧ ਰੋਕਥਾਮ ਅਤੇ ਲੋਕਾਂ ਦੀ ਨਿੱਜਤਾ ਦੇ ਹੱਕ ਵਿਚਕਾਰ ਇੱਕ ਵੱਡਾ ਰਾਸ਼ਟਰੀ ਮੁੱਦਾ ਬਣਦੀ ਜਾ ਰਹੀ ਹੈ। ਅਮਰੀਕਾ ਸਿਰ ਕਰਜ਼ੇ ਦੀ ਪੰਡ 40 ਖਰਬ ਡਾਲਰ ਤੋਂ ਵੱਧ ਵਜ਼ਨੀ ਹੋ ਚੁੱਕੀ ਹੈ ਅਤੇ ਸਾਰਾ ਦੋਸ਼ ਡੋਨਲਡ ਟਰੰਪ ਉੱਤੇ ਮੜਿਆ ਜਾ ਰਿਹਾ ਹੈ, ਕਿਉਂਕਿ 2017 ਦੇ ਮਗਰੋਂ ਕਰਜ਼ੇ ਦੀ ਰਕਮ ਦੁੱਗਣੀ ਹੋਈ ਅਤੇ ਇਸ ਦੌਰਾਨ ਜ਼ਿਆਦਾਤਰ ਸਮਾਂ ਟਰੰਪ ਵੀ ਸੱਤਾ ਦੇ ਵਿੱਚ ਰਹੇ। ਸੋ ਖਜ਼ਾਨਾ ਵਿਭਾਗ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਪਿਛਲੇ 26 ਸਾਲ ਤੋਂ ਅਮਰੀਕਾ ਦੀ ਕਮਾਈ ਘੱਟ ਅਤੇ ਖਰਚਾ ਵੱਧ ਹੋ ਰਿਹਾ ਹੈ। ਹੁਣ 40 ਖਰਬ ਡਾਲਰ ਦਾ ਕਰਜ਼ਾ ਅਤੇ ਵਿਆਜ ਅਦਾ ਕਰਨ ਵਾਸਤੇ ਅਮਰੀਕਾ ਸਰਕਾਰ ਲਗਾਤਾਰ ਕਰਜ਼ਾ ਲੈਣਾ ਜਾਰੀ ਰੱਖਣਾ ਹੋਵੇਗਾ ਅਤੇ ਨਾਲੋਂ ਨਾਲ ਖਰਚਿਆਂ ਵਿੱਚ ਕਟੌਤੀ ਕਰਦਿਆਂ ਬਜਟ ਘਾਟਾ ਖਤਮ ਕਰਨ ਦੇ ਯਤਨ ਕਰਨੇ ਹੋਣਗੇ। ਉਧਰ ਆਰਥਿਕ ਮਾਹਰਾਂ ਦਾ ਇਹ ਕਹਿਣਾ ਹੈ ਕਿ ਕਰਜ਼ਾ ਵਧਣ ਦੀ ਰਫ਼ਤਾਰ ਜਿਉਂ ਦੀ ਤਿਉਂ ਬਰਕਰਾਰ ਰਹਿ ਸਕਦੀ ਹੈ, ਜਿਸ ਦਾ ਮੁੱਖ ਕਾਰਨ ਫੌਜੀ ਖਰਚਿਆਂ ਵਿੱਚ ਤੇਜ਼ ਵਾਧਾ ਰਹੇਗਾ। ਸੋ ਪੀਟਰਸਨ ਫਾਊਂਡੇਸ਼ਨ ਦਾ ਇਹ ਮੰਨਣਾ ਹੈ ਕਿ ਆਉਂਦੇ 6 ਸਾਲ ਦੌਰਾਨ ਕਰਜ਼ੇ ਦੀ ਰਕਮ 50 ਖਰਬ ਡਾਲਰ ਦਾ ਅੰਕੜਾ ਪਾਰ ਕਰ ਸਕਦੀ ਹੈ, ਜੇ ਜਲਦ ਖਰਚਿਆਂ ਵਿੱਚ ਕਟੌਤੀ ਅਤੇ ਨਵੇਂ ਸਿਰੇ ਤੋਂ ਟੈਕਸਾਂ ਦਾ ਐਲਾਨ ਨਾ ਕੀਤਾ ਗਿਆ। ਦਿਲਚਸਪ ਤੱਥ ਇਹ ਹੈ ਕਿ 2025 ਦੇ ਦੌਰਾਨ ਸਿਰਫ ਵਿਆਜ ਦੇ ਖਰਚੇ ਵਜੋਂ $1 ਟ੍ਰਿਲੀਅਨ ਦਾ ਬੋਝ ਪਿਆ ਅਤੇ ਇਹ ਰਕਮ ਅਮਰੀਕਾ ਦੇ ਕੁੱਲ ਖਰਚਾ ਦਾ 14% ਬਣਦੀ ਹੈ। ਕਰਜ਼ਾ ਵਧਣ ਪਿੱਛੇ ਕਈ ਹੋਰ ਤੱਥ ਵੀ ਜ਼ਿੰਮੇਵਾਰ ਦੱਸੇ ਜਾ ਰਹੇ ਹਨ ਅਤੇ ਆਰਥਿਕ ਮਾਹਰ ਵੀ ਇਹਨਾਂ ਬਾਰੇ ਇਕਸੁਰ ਨਜ਼ਰ ਨਹੀਂ ਆਉਂਦੇ। ਕੁਝ ਮਾਹਰਾਂ ਦਾ ਇਹ ਕਹਿਣਾ ਹੈ ਕਿ ਅਮਰੀਕਾ ਵਿੱਚ ਬਜ਼ੁਰਗ ਦੀ ਵਸੋਂ ਵਧਣ ਕਰਕੇ ਸੋਸ਼ਲ ਸਿਕਿਉਰਿਟੀ ਅਤੇ ਮੈਡੀਕਲ ਲੈ ਰਹੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ, ਜਦਕਿ ਦੂਜੇ ਪਾਸੇ ਪਿਛਲੇ 2 ਦਹਾਕੇ ਦੌਰਾਨ ਟੈਕਸ ਕਟੌਤੀਆਂ ਨੇ ਮੁਲਕ ਦੀ ਆਮਦਨ ਪ੍ਰਭਾਵਿਤ ਕੀਤੀ ਹੈ। ਬਜਟ ਦਫ਼ਤਰ ਦੇ ਮੰਨਣਾ ਹੈ ਕਿ ਟਰੰਪ ਸਰਕਾਰ ਦੇ ਵਨ ਬਿਗ ਬਿਊਟੀਫੁਲ ਬਿੱਲ ਸਦਕਾ ਅਮਰੀਕਾ ਸਿਰ ਚੜੇ ਕਰਜ਼ੇ ਵਿੱਚ 2034 ਤੱਕ $4.2 ਟ੍ਰਿਲੀਅਨ ਦਾ ਵਾਧਾ ਹੋਵੇਗਾ। ਇਸੇ ਦੌਰਾਨ ਕੁਝ ਆਰਥਿਕ ਮਾਹਰ ਦਲੀਲ ਦੇ ਰਹੇ ਹਨ ਕਿ ਕਰਜ਼ੇ ਦੀ ਸਮੱਸਿਆ ਨੂੰ ਕਿਸੇ ਇੱਕ ਸਰਕਾਰ ਨਾਲ ਜੋੜਿਆ ਨਹੀਂ ਜਾ ਸਕਦਾ। ਅਤੀਤ ਵਿੱਚ ਕਈ ਸਰਕਾਰਾਂ ਨੇ ਗਲਤ ਫੈਸਲੇ ਲਏ ਅਤੇ 2008 ਦੀ ਆਲਮੀ ਮੰਦੀ ਤੋਂ ਇਲਾਵਾ ਕਰੋਨਾ ਮਹਾਮਾਰੀ ਵੀ ਕਰਜ਼ਾ ਵਧਣ ਦਾ ਵੱਡਾ ਕਾਰਨ ਬਣੀ। ਖਜ਼ਾਨਾ ਵਿਭਾਗ ਦਾ ਇਹ ਮੰਨਣਾ ਹੈ ਕਿ ਲਗਾਤਾਰ ਵਧ ਰਿਹਾ ਕਰਜ਼ਾ ਭਵਿੱਖ ਵਿੱਚ ਆਉਣ ਵਾਲੀਆਂ ਆਰਥਿਕ ਔਕੜਾਂ ਦਾ ਟਾਕਰਾ ਦੀ ਸਮਰੱਥਾ ਖਤਮ ਕਰ ਸਕਦਾ ਹੈ। ਆਲਮੀ ਮੰਦੀ, AI ਰਾਹੀਂ ਗੜਬੜੀ, ਆਲਮੀ ਜੰਗ ਜਾਂ ਹੋਰ ਕਈ ਕਿਸਮ ਦੀਆਂ ਚੁਣੌਤੀਆਂ ਅਮਰੀਕਾ ਨੂੰ ਆਰਥਿਕ ਤੌਰ ਤੇ ਕੰਗਾਲ ਕਰ ਸਕਦੀਆਂ ਹਨ। ਅਮਰੀਕਾ ਦੇ ਅਲਾਸਕਾ ਦੇ ਵਿੱਚ ਇੱਕ ਚਾਰਟਰ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ ਜੀ, ਜਿਸ ਵਿੱਚ 2 ਪਾਇਲਟ ਅਤੇ 6 ਯਾਤਰੀਆਂ ਸਮੇਤ ਕੁੱਲ 8 ਲੋਕ ਸਵਾਰ ਸਨ। ਅਲਾਸਕਾ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਚੇਅਰਮੈਨ ਕਲਿੰਟ ਜੌਨਸਨ ਦੇ ਅਨੁਸਾਰ ਐਂਕਰੇਜ ਤੋਂ ਉਡਾਨ ਭਰਨ ਵਾਲਾ ਇਹ ਜਹਾਜ਼ ਕੇਪ ਨਿਊਨਹੈਮ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋਇਆ। ਘਟਨਾ ਤੋਂ ਤੁਰੰਤ ਬਾਅਦ ਅਲਾਸਕਾ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਵੱਲੋਂ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਪਰ ਜਹਾਜ਼ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸੇ ਦੌਰਾਨ ਬ੍ਰਿਟੇਨ ਦੇ ਨਾਰਥ ਵੇਲਜ਼ ਵਿੱਚ ਹੋਏ ਇੱਕ ਹੋਰ ਛੋਟੇ ਜਹਾਜ਼ ਹਾਦਸੇ ਵਿੱਚ ਭਾਰਤੀ ਮੂਲ ਦੇ ਪਤੀ ਪਤਨੀ ਦੀ ਮੌਤ ਹੋਣ ਦੀ ਖਬਰ ਹੈ। ਸੋ ਟੈਟਨ ਹਿਲ ਹਵਾਈ ਅੱਡੇ ਤੋਂ ਉਡਾਨ ਭਰਨ ਵਾਲਾ ਪਾਈਪਰ PA-28 ਜਹਾਜ਼ ਕੈਨਰਫੋਨ ਹਵਾਈ ਅੱਡੇ ਤੋਂ ਸਮੇਂ ਸਿਰ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਚਲਾਈ ਗਈ ਖੋਜ ਮੁਹਿੰਮ ਦੌਰਾਨ ਟ੍ਰਾਂਸਫਾਈਨਾਈਟ ਦੇ ਦੂਰ ਦਰਾਡੇ ਖੇਤਰ ਵਿੱਚੋਂ ਇਸ ਦਾ ਮਲਬਾ ਬਰਾਮਦ ਹੋਇਆ। ਮ੍ਰਿਤਕਾਂ ਦੀ ਪਛਾਣ ਲਗਭਗ 50 ਤੋਂ 55 ਸਾਲ ਕੇਤਨ ਸਵਾਲੀ ਅਤੇ ਉਹਨਾਂ ਦੀ ਪਤਨੀ ਸ਼ੀਤਲ ਵਜੋਂ ਹੋਈ ਹੈ, ਜਿਨ੍ਹਾਂ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ। ਕੇਤਨ ਸਵਾਲੀ ਲੈਸਟਰ ਸਥਿਤ ਇੱਕ ਇੰਜੀਨੀਅਰ ਫਰਮ ਦੇ ਡਾਇਰੈਕਟਰ ਸਨ ਅਤੇ ਫਿਲਹਾਲ ਹਵਾਈ ਦੁਰਘਟਨਾਵਾਂ ਦੀ ਜਾਂਚ ਸ਼ਾਖਾ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਈਟ ਹਾਊਸ ਵਿੱਚ ਚੱਲ ਰਹੇ ਵੱਡੇ ਪੱਧਰ ਤੇ ਰੈਨੋਵੇਸ਼ਨ ਕੰਮ ਦਾ ਖੁਦ ਦੌਰਾ ਕੀਤਾ ਅਤੇ ਮੀਡੀਆ ਨੂੰ ਨਵੇਂ ਬਦਲਾਅ ਦਿਖਾਏ। ਟਰੰਪ ਨੇ ਖਾਸ ਤੌਰ ਤੇ ਨਵੀਂ ਗ੍ਰੇਨਾਈਟ ਡਰਾਈਵਵੇ, ਨਵੀਂ ਲੈਂਡਸਕੇਪਿੰਗ ਅਤੇ ਸ਼ਾਨਦਾਰ ਹੈਲੀਪੈਡ ਬਾਰੇ ਜਾਣਕਾਰੀ ਦਿੱਤੀ। ਰਿਪੋਰਟ ਦੇ ਮੁਤਾਬਕ ਵਾਈਟ ਹਾਊਸ ਦੇ ਬਾਹਰੀ ਹਿੱਸੇ ਵਿੱਚ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ। ਡਰਾਈਵਵੇ ਵਿੱਚ ਗ੍ਰੇਨਾਈਟ ਦੀ ਵਰਤੋਂ ਕੀਤੀ ਗਈ ਹੈ, ਕਾਲਮਾਂ ਨੂੰ ਨਵਾਂ ਰੂਪ ਦਿੱਤਾ ਗਿਆ ਹੈ ਅਤੇ ਲੋਨ ਵਿੱਚ ਨਵੀਂ ਕਾਲ ਲਗਾਈ ਗਈ ਹੈ। ਇਸ ਤੋਂ ਇਲਾਵਾ ਇੱਕ ਨਵਾਂ ਹੈਲੀਪੈਡ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਤੇ ਅਮਰੀਕਾ ਦੀ ਸਰਕਾਰੀ ਮੋਹਰ ਨਾਲ ਜੁੜੀ ਡਿਜ਼ਾਈਨਿੰਗ ਕੀਤੀ ਗਈ ਹੈ। ਟਰੰਪ ਨੇ ਹੈਲੀਪੈਡ ਤੇ ਬਣੇ ਗ੍ਰੇਨਾਈਟ ਈਗਲ ਤੇ ਆਪਣਾ ਦਸਤਖਤ ਵੀ ਕੀਤਾ। ਨਵੇਂ ਹੈਲੀਪੈਡ ਦਾ ਇੱਕ ਮੁੱਖ ਕਾਰਨ ਨਵੀਂ ਪੀੜ੍ਹੀ ਦੇ ਮੈਰਾਈਨ 1 ਹੈਲੀਕਾਪਟਰਾਂ ਦੇ ਨਾਲ ਜੁੜਿਆ ਦੱਸਿਆ ਗਿਆ ਹੈ। ਇਹ ਹੈਲੀਕਾਪਟਰ ਪਹਿਲਾਂ ਵਰਤੇ ਜਾਂਦੇ ਹੈਲੀਕਾਪਟਰਾਂ ਦੇ ਨਾਲੋਂ ਜ਼ਿਆਦਾ ਤਾਕਤਵਰ ਹਨ ਅਤੇ ਉਹਨਾਂ ਦੇ ਐਗਜ਼ੌਸਟ ਕਾਰਨ ਵਾਈਟ ਹਾਊਸ ਦੇ ਸਾਊਥ ਲੌਨ ਦੀ ਘਾਹ ਨੂੰ ਨੁਕਸਾਨ ਹੋ ਸਕਦਾ ਹੈ। ਟਰੰਪ ਦੇ ਰੈਨੋਵੇਸ਼ਨਸ ਪ੍ਰੋਜੈਕਟ ਵਿੱਚ ਇੱਕ ਨਵਾਂ ਵਾਈਟ ਹਾਊਸ ਬਾਲਰੂਮ ਵੀ ਸ਼ਾਮਲ ਹੈ, ਜਿਸ ਦੀ ਲਾਗਤ ਲਗਭਗ $400 ਮਿਲੀਅਨ ਦੱਸੀ ਗਈ ਹੈ। ਇਸ ਲਈ ਵਾਈਟ ਹਾਊਸ ਦੀ ਇਤਿਹਾਸਕ ਈਸਟ ਵਿੰਗ ਨੂੰ ਹਟਾਇਆ ਗਿਆ ਸੀ, ਪਰ ਇਸ ਪ੍ਰੋਜੈਕਟ ਨੂੰ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਫੈਡਰਲ ਅਪੀਲ ਕੋਰਟ ਨੇ ਨਿਰਮਾਣ ਰੋਕਣ ਦਾ ਹੁਕਮ ਦਿੱਤਾ ਸੀ
ਅਤੇ ਟਰੰਪ ਪ੍ਰਸ਼ਾਸਨ ਨੇ ਇਸ ਮਾਮਲੇ ਦੇ ਵਿੱਚ ਅਮਰੀਕੀ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਮੀਡੀਆ ਦੇ ਨਾਲ ਗੱਲ ਕਰਦੇ ਹੋਏ ਟਰੰਪ ਨੇ ਰੈਨੋਵੇਸ਼ਨ ਦੇ ਵਿੱਚ ਵਰਤੀ ਜਾ ਰਹੀ ਘਾਹ ਅਤੇ ਹੋਰ ਸਮੱਗਰੀ ਦੀ ਖੂਬ ਤਾਰੀਫ ਕੀਤੀ ਹੈ। ਉਹਨਾਂ ਨੇ ਆਪਣੀ ਰੀਅਲ ਏਸਟੇਟ ਪਿਛੋਕੜ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਉਹਨਾਂ ਨੂੰ ਕੰਸਟਰਕਸ਼ਨ ਅਤੇ ਚੀਜ਼ਾਂ ਨੂੰ ਸਹੀ ਤਰੀਕੇ ਨਾਲ ਤਿਆਰ ਕਰਨਾ ਪਸੰਦ ਹੈ। ਟਰੰਪ ਦੇ ਇਸ ਰੈਨੋਵੇਸ਼ਨ ਪ੍ਰੋਜੈਕਟ ਨੂੰ ਲੈ ਕੇ ਸਿਆਸੀ ਵਿਰੋਧੀਆਂ ਦੇ ਵੱਲੋਂ ਆਲੋਚਨਾ ਵੀ ਕੀਤੀ ਗਈ ਹੈ। ਆਲੋਚਕਾਂ ਦਾ ਇਹ ਕਹਿਣਾ ਹੈ ਕਿ ਦੇਸ਼ ਅੰਦਰ ਅਤੇ ਵਿਦੇਸ਼ਾਂ ਵਿੱਚ ਗੰਭੀਰ ਮੁੱਦੇ ਚੱਲ ਰਹੇ ਹਨ, ਜਦਕਿ ਰਾਸ਼ਟਰਪਤੀ ਵਾਈਟ ਹਾਊਸ ਦੀ ਸੁੰਦਰਤਾ ਅਤੇ ਕੰਸਟਰਕਸ਼ਨ ਪ੍ਰੋਜੈਕਟ ਤੇ ਧਿਆਨ ਦੇ ਰਹੇ ਹਨ। ਕੁੱਲ ਮਿਲਾ ਕੇ ਟਰੰਪ ਵੱਲੋਂ ਵਾਈਟ ਹਾਊਸ ਵਿੱਚ ਕੀਤੇ ਜਾ ਰਹੇ ਬਦਲਾਅ ਸਿਰਫ ਰੈਨੋਵੇਸ਼ਨ ਤੱਕ ਸੀਮਿਤ ਨਹੀਂ ਹਨ, ਸਗੋਂ ਇਹ ਉਹਨਾਂ ਦੀ ਆਪਣੀ ਪ੍ਰੈਜ਼ੀਡੈਂਸ਼ੀਅਲ ਲੈਗੇਸੀ ਦਾ ਵੀ ਇੱਕ ਹਿੱਸਾ ਬਣ ਰਹੇ ਹਨ। ਕੈਨੇਡਾ ਦੇ ਸੂਬੇ ਅਲਬਰਟਾ ਦੀ ਰਾਜਧਾਨੀ ਐਡਮਿੰਟਨ ਦੇ ਟਾਊਨ ਹੋਮ ਕੰਪਲੈਕਸ 'ਚ 16 ਸਾਲਾਂ ਦੀ ਭਾਰਤੀ ਮੂਲ ਦੀ ਲੜਕੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਬੇਸ਼ੱਕ ਪੁਲਿਸ ਨੇ ਮ੍ਰਿਤਕਾ ਦੀ ਪਛਾਣ ਜਾਰੀ ਨਹੀਂ ਕੀਤੀ, ਪਰ ਜਨਤਕ ਹੋਈ ਜਾਣਕਾਰੀ ਦੇ ਮੁਤਾਬਕ ਉਸ ਦਾ ਨਾਮ ਜੈਸਮੀਨ ਤਾਮੀ ਉਰਫ ਟੇਸੀ ਹੈ, ਜੋ ਉੱਥੇ ਕਿਸੇ ਨੂੰ ਮਿਲਣ ਗਏ ਸੀ। ਘਟਨਾ 129 ਐਵੇਨਿਊ ਅਤੇ 16 ਸਟਰੀਟ ਖੇਤਰ ਨੇੜਲੇ ਟਾਊਨ ਹੋਮ ਕੰਪਲੈਕਸ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ ਮੌਕੇ ਤੇ ਪਹੁੰਚਣ ਮਗਰੋਂ ਉਹਨਾਂ ਨੂੰ ਲੜਕੀ ਗੰਭੀਰ ਹਾਲਤ 'ਚ ਮਿਲੀ ਅਤੇ ਹਸਪਤਾਲ ਪਹੁੰਚਾਏ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪੁਲਿਸ ਉਸ ਦੇ ਹਾਨੀ ਨਾਬਾਲਗ ਲੜਕੇ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰ ਰਹੀ ਹੈ। ਪੁਲਿਸ ਨੇ ਹੱਤਿਆ ਦੇ ਕਾਰਨ ਬਾਰੇ ਕੁਝ ਨਹੀਂ ਦੱਸਿਆ ਹੈ। ਭਾਰਤ ਵਿੱਚ ਸੈਟੇਲਾਈਟ ਇੰਟਰਨੈਟ ਲਈ ਕੰਪਨੀਆਂ ਵਿੱਚ ਮੁਕਾਬਲਾ ਲਗਾਤਾਰ ਵਧ ਰਿਹਾ ਹੈ। ਇਸ ਦੌਰਾਨ ਐਲਨ ਮਸਕ ਦੀ ਕੰਪਨੀ ਸਟਾਰਲਿੰਕ ਨੇ ਭਾਰਤ ਵਿੱਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰਨ ਵਾਲੀ ਇੱਕ ਹੋਰ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ ਅਗਲੀ ਪੀੜ੍ਹੀ ਦੇ ਜਰਨਲ-2 ਸੈਟੇਲਾਈਟ ਨੈਟਵਰਕ ਲਈ ਭਾਰਤੀ ਪੁਲਾੜ ਰੈਗੂਲੇਟਰ ਇਨਸਪੇਸ ਨੂੰ ਦੁਬਾਰਾ ਅਰਜ਼ੀ ਦਿੱਤੀ ਹੈ। ਇਸ ਨੈਟਵਰਕ ਵਿੱਚ ਡਾਇਰੈਕਟ ਟੂ ਡਿਵਾਈਸ ਕਨੈਕਟੀਵਿਟੀ ਸ਼ਾਮਲ ਹੈ। ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਹ ਭਵਿੱਖ ਵਿੱਚ ਸੈਟੇਲਾਈਟ ਨਾਲ ਮੋਬਾਈਲ ਫੋਨਾਂ ਦੇ ਸਿੱਧੇ ਕਨੈਕਸ਼ਨ ਦੀ ਸਹੂਲਤ ਦੇ ਸਕਦਾ ਹੈ। ਇਕਨੋਮਿਕ ਟਾਈਮਸ ਵਿੱਚ ਇੱਕ ਰਿਪੋਰਟ ਦੇ ਅਨੁਸਾਰ ਸਟਾਰਲਿੰਕ ਨੇ ਲਗਭਗ 30,000 ਸੈਟੇਲਾਈਟ ਵਾਲੇ ਜਰਨਲ-2 ਨੈਟਵਰਕ ਲਈ ਪ੍ਰਵਾਨਗੀ ਲਈ ਦੁਬਾਰਾ ਅਰਜ਼ੀ ਦਿੱਤੀ ਹੈ। ਇਨ੍ਹਾਂ ਸੈਟੇਲਾਈਟਸ ਨੂੰ ਲਗਭਗ 340 ਤੋਂ 615 ਕਿਲੋਮੀਟਰ ਦੀ ਉਚਾਈ ਤੇ ਘੱਟ ਧਰਤੀ ਤੇ ਆਰਬਿਟ ਵਿੱਚ ਤੈਨਾਤ ਕਰਨ ਦੀ ਯੋਜਨਾ ਹੈ। ਕੰਪਨੀ ਨੇ ਪਹਿਲਾਂ ਭਾਰਤ ਵਿੱਚ ਜਰਨਲ-1 ਅਤੇ ਜਰਨਲ-2 ਨੈਟਵਰਕ ਦੋਵਾਂ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ ਜੁਲਾਈ 2025 ਵਿੱਚ ਇਨਸਪੇਸ ਨੇ ਸਿਰਫ ਜਰਨਲ-1 ਨੈਟਵਰਕ ਨੂੰ ਹੀ ਮਨਜ਼ੂਰੀ ਦਿੱਤੀ ਹੈ। ਇਸ ਵਿੱਚ 4408 ਲਿਓ ਸੈਟੇਲਾਈਟ ਸ਼ਾਮਲ ਹਨ ਅਤੇ ਰਵਾਇਤੀ ਸੈਟੇਲਾਈਟ ਬ੍ਰੌਡਬੈਂਡ ਇੰਟਰਨੈਟ ਸੇਵਾਵਾਂ ਪ੍ਰਦਾਨ ਕਰਨ ਦੀ ਯੋਜਨਾ ਹੈ। ਸਟਾਰਲਿੰਕ ਦੀ ਪਿਛਲੀ ਜੈਨ 2 ਐਪਲੀਕੇਸ਼ਨਸ ਨੂੰ ਸਪੈਕਟਰਮ ਬੈਂਡਾਂ ਦੇ ਨਾਲ ਸੰਬੰਧਿਤ ਕੁਝ ਤਕਨੀਕੀ ਵਿਸ਼ੇਸ਼ਤਾਵਾਂ ਅਤੇ ਨਿਯਮਾਂ ਦੇ ਕਾਰਨ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਹੁਣ ਬਦਲੀਆਂ ਸਥਿਤੀਆਂ ਦੇ ਵਿੱਚ ਕੰਪਨੀ ਨੇ ਦੁਬਾਰਾ ਅਰਜ਼ੀ ਦਿੱਤੀ ਹੈ। ਇਸ ਵਾਰ ਐਪਲੀਕੇਸ਼ਨ ਵਿੱਚ D2D ਵਰਗੀਆਂ ਯਾਨੀ ਕਿ ਡਾਇਰੈਕਟ ਟੂ ਡਿਵਾਈਸ ਵਰਗੀਆਂ ਟੈਕਨੋਲੋਜੀਆਂ ਵੀ ਸ਼ਾਮਲ ਹਨ। ਭਾਰਤ ਵਿੱਚ ਸੈਟੇਲਾਈਟ ਸੰਚਾਰ ਅਤੇ D2D ਸੇਵਾਵਾਂ ਲਈ ਨਿਯਮ ਇਸ ਸਮੇਂ ਚਰਚਾ ਦੇ ਰਹੇ ਹਨ। ਇਸ ਪੂਰੇ ਪ੍ਰੋਜੈਕਟ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਡਾਇਰੈਕਟ ਟੂ ਡਿਵਾਈਸ ਟੈਕਨੋਲੋਜੀ ਹੈ। ਇਹ ਵਿਸ਼ੇਸ਼ ਤੌਰ ਤੇ ਸਮਰੱਥ ਮੋਬਾਈਲ ਫੋਨਾਂ ਅਤੇ ਹੋਰ ਡਿਵਾਈਸਾਂ ਨੂੰ ਸੈਟੇਲਾਈਟ ਨਾਲ ਸਿੱਧੇ ਜੋੜਨ ਦੀ ਆਗਿਆ ਦਿੰਦਾ ਹੈ, ਜਦਕਿ ਮੋਬਾਈਲ ਫੋਨ ਆਮ ਤੌਰ ਤੇ ਟਾਵਰਾਂ ਰਾਹੀਂ ਨੈਟਵਰਕ ਨਾਲ ਜੁੜਦੇ ਹਨ। ਸੋ D2D ਟੈਕਨੋਲੋਜੀ ਫੋਨ ਅਤੇ ਸੈਟੇਲਾਈਟ ਵਿਚਕਾਰ ਸਿੱਧਾ ਸੰਪਰਕ ਪ੍ਰਦਾਨ ਕਰਨ ਦੀ ਆਗਿਆ ਦਿੰਦੀ ਹੈ। ਇਹ ਉਹਨਾਂ ਖੇਤਰਾਂ ਵਿੱਚ ਕਨੈਕਟੀਵਿਟੀ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ ਜਿੱਥੇ ਮੋਬਾਈਲ ਟਾਵਰ ਲਗਾਉਣਾ ਮੁਸ਼ਕਿਲ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸਲਾਮਾਬਾਦ ਦੇ ਸ਼ਿਫਾ ਹਸਪਤਾਲ ਤੋਂ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕੀਤਾ ਗਿਆ ਸੀ। ਉਹਨਾਂ ਦੀ ਪਾਰਟੀ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਵੀਰਵਾਰ ਦੇਰ ਰਾਤ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪਾਕਿਸਤਾਨੀ ਜਿਓ ਨਿਊਜ਼ ਦੇ ਮੁਤਾਬਕ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਸੰਸਥਾਪਕ ਇਮਰਾਨ ਖਾਨ ਨੂੰ ਸ਼ਿਫਾ ਇੰਟਰਨੈਸ਼ਨਲ ਹਸਪਤਾਲ 'ਚ ਮੈਡੀਕਲ ਜਾਂਚ ਤੋਂ ਬਾਅਦ ਵਾਪਸ ਅਦਾਲਤ ਤੋਂ ਬਾਅਦ ਅਦਿਆਲਾ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਹਿਰਾਸਤ 'ਚ ਰੱਖਣਾ ਸੁਰੱਖਿਅਤ ਸਮਝਿਆ। ਖਾਨ ਨੂੰ ਸਖਤ ਸੁਰੱਖਿਆ ਹੇਠ ਅਦਿਆਲਾ ਜੇਲ੍ਹ ਦੇ ਗੇਟ ਨੰਬਰ 1 ਤੋਂ ਇਸਲਾਮਾਬਾਦ ਦੇ ਹਸਪਤਾਲ ਲਿਜਾਇਆ ਗਿਆ ਅਤੇ ਪੁਲਿਸ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ। ਹਸਪਤਾਲ ਲਿਜਾਣ ਤੋਂ ਬਾਅਦ ਮਾਹਰ ਡਾਕਟਰਾਂ ਦੀ 6 ਮੈਂਬਰੀ ਟੀਮ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਡਾਕਟਰਾਂ ਨੇ ਫੈਸਲਾ ਕੀਤਾ ਕਿ ਉਹ ਸੁਰੱਖਿਅਤ ਰੂਪ ਨਾਲ ਜੇਲ੍ਹ ਵਿੱਚ ਰਹਿ ਸਕਦੇ ਹਨ। ਜੇਲ੍ਹ ਸੂਤਰਾਂ ਨੇ ਦੱਸਿਆ ਕਿ ਖਾਨ ਨੂੰ ਫਿਰ ਅਡਿਆਲਾ ਜੇਲ੍ਹ ਵਿੱਚ ਉਸ ਦੀ ਕੋਠੜੀ ਵਿੱਚ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਇਸਲਾਮਾਬਾਦ ਦੇ ਪੁਲਿਸ ਇੰਸਪੈਕਟਰ ਜਨਰਲ ਸੈਯਦ ਅਲੀ ਨਾਸਿਰ ਰਿਜ਼ਵੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਨਾਲ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦਾ ਦੌਰਾ ਕੀਤਾ ਸੀ। ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਮੁਕੰਮਲ ਹੋ ਗਈਆਂ ਹਨ। ਇਸ ਚੋਣ ਦੇ ਵਿੱਚ ਸੱਤਾਧਾਰੀ ਅਤੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਉਮੀਦਵਾਰ ਫਖਰੁਲ ਇਸਲਾਮ ਆਲਮਗੀਰ ਨੇ ਜਿੱਤ ਹਾਸਲ ਕੀਤੀ ਹੈ ਅਤੇ ਦੇਸ਼ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ 35 ਸਾਲਾਂ ਵਿੱਚ ਪਹਿਲੀ ਵਾਰ ਮੁਕਾਬਲਾ ਦੇਖਣ ਨੂੰ ਮਿਲਿਆ ਸੀ। ਸ਼ੇਖ ਹਸੀਨਾ ਦੇ ਦੇਸ਼ ਨਿਕਾਲੇ ਤੇ ਆਵਾਮੀ ਲੀਗ ਤੇ ਲੱਗੀ ਪਾਬੰਦੀ ਦੇ ਦੌਰ ਵਿੱਚ ਲੋਕਾਂ ਦੀਆਂ ਨਜ਼ਰਾਂ ਇਸ ਚੋਣ ਤੇ ਟਿਕੀਆਂ ਹੋਈਆਂ ਸਨ। ਹੁਣ ਇਸ ਚੋਣ ਦਾ ਨਤੀਜਾ ਸਾਹਮਣੇ ਆ ਗਿਆ ਹੈ। ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਵਿੱਚ BNP ਦੇ ਫਖਰੁਲ ਇਸਲਾਮ ਆਲਮਗੀਰ ਨੂੰ 255 ਵੋਟਾਂ ਮਿਲੀਆਂ ਹਨ। ਚੋਣ ਕਮਿਸ਼ਨ ਦੇ ਅਨੁਸਾਰ ਉਹਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਕਰਨਲ ਓਲੀ ਅਹਿਮਦ ਨੂੰ ਹਰਾਇਆ। ਓਲੀ ਅਹਿਮਦ ਨੂੰ ਚੋਣ ਦੇ ਵਿੱਚ 88 ਵੋਟਾਂ ਪ੍ਰਾਪਤ ਹੋਈਆਂ। ਓਲੀ ਅਹਿਮਦ ਲਿਬਰਲ ਡੈਮੋਕ੍ਰੈਟਿਕ ਪਾਰਟੀ ਦੇ ਪ੍ਰਧਾਨ ਹਨ ਅਤੇ ਚੋਣ ਵਿੱਚ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11-13 ਦੇ ਵਿਰੋਧੀ ਗਠਜੋੜ ਦੇ ਉਮੀਦਵਾਰ ਸਨ। ਜਾਣਕਾਰੀ ਦੇ ਅਨੁਸਾਰ ਸਾਲ 1991 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬੰਗਲਾਦੇਸ਼ ਵਿੱਚ ਰਾਸ਼ਟਰਪਤੀ ਅਹੁਦੇ ਲਈ ਹੋਈ ਚੋਣ ਵਿੱਚ ਮੁਕਾਬਲਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਪਹਿਲਾਂ ਬੀਤੇ ਕੁਝ ਦਹਾਕਿਆਂ ਤੋਂ ਬੰਗਲਾਦੇਸ਼ ਵਿੱਚ ਆਮ ਤੌਰ ਤੇ ਸਰਬਸੰਮਤੀ ਨਾਲ ਜਾਂ ਬਿਨਾਂ ਮੁਕਾਬਲਾ ਰਾਸ਼ਟਰਪਤੀ ਦੀ ਚੋਣ ਹੁੰਦੀ ਰਹੀ ਹੈ। ਤੁਹਾਨੂੰ ਇਹ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਕਰੀਬੀ ਸਹਿਯੋਗੀ ਮੁਹੰਮਦ ਸ਼ਾਹਬੁਦੀਨ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸ਼ਾਹਬੁਦੀਨ ਨੇ ਆਪਣੇ 5 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬੰਗਲਾਦੇਸ਼ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਰਮਨੀ ਦੇ ਮਿਊਨਿਕ ਹਵਾਈ ਅੱਡੇ ਤੋਂ ਵੀਅਤਨਾਮ 에ਅਰਲਾਈਨਸ ਦੇ ਬੋਇੰਗ 7879 ਜਹਾਜ਼ ਨਾਲ ਵਾਪਰੀ ਇੱਕ ਘਟਨਾ ਨੇ ਯਾਤਰੀਆਂ ਦਾ ਸਾਹ ਰੋਕ ਦਿੱਤਾ। ਹਨੋਈ ਲਈ ਰਵਾਨਾ ਹੋਏ ਜਹਾਜ਼ ਨੇ ਟੇਕ ਆਫ ਦੇ ਦੌਰਾਨ ਅਚਾਨਕ 2 ਵਾਰ ਰਫ਼ਤਾਰ ਗੁਆ ਦਿੱਤੀ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਜਦੋਂ ਜਹਾਜ਼ ਨੇ ਉਡਾਨ ਭਰੀ ਉਦੋਂ ਤੱਕ ਰਨਵੇ ਦਾ ਸਿਰਫ 91 ਮੀਟਰ ਹੀ ਬਚਿਆ ਸੀ। ਜਹਾਜ਼ 'ਚ 271 ਯਾਤਰੀ ਅਤੇ 16 ਚਾਲਕ ਦਲ ਦੇ ਮੈਂਬਰ ਸਵਾਰ ਸਨ। ਕੁੱਲ 287 ਲੋਕ ਖੁਸ਼ਕਿਸਮਤੀ ਨਾਲ ਸਾਰੇ ਸੁਰੱਖਿਅਤ ਬਚ ਗਏ। ਇਹ ਘਟਨਾ 15 ਅਗਸਤ ਨੂੰ ਵਾਪਰੀ ਜਦੋਂ ਵੀਅਤਨਾਮ 에ਅਰਲਾਈਨਸ ਦੀ ਫਲਾਈਟ VN34 ਮਿਊਨਿਕ ਤੋਂ ਹਨੋਈ ਲਈ ਰਵਾਨਾ ਹੋ ਰਹੀ ਸੀ। ਵੀਅਤਨਾਮ ਦੀ ਸਿਵਲ ਐਵੀਏਸ਼ਨ ਅਥਾਰਟੀ ਦੇ ਅਨੁਸਾਰ ਉਡਾਨ ਦੌਰਾਨ ਜਹਾਜ਼ ਦੀ ਗਤੀ ਲਗਭਗ 2 ਸਕਿੰਟਾਂ ਲਈ ਰੁਕ ਗਈ। ਜਹਾਜ਼ ਫਿਰ ਦੁਬਾਰਾ ਤੇਜ਼ ਹੋ ਗਿਆ। ਲੋੜੀਂਦੀ ਜੋ ਗਤੀ ਸੀ ਉੱਤੇ ਪਹੁੰਚ ਗਿਆ, ਯਾਨੀ ਗਤੀ 6 ਤੇ ਪਹੁੰਚ ਗਿਆ, ਪਰ ਥੋੜੀ ਦੇਰ ਬਾਅਦ ਜਹਾਜ਼ ਦੀ ਗਤੀ ਫਿਰ ਹੌਲੀ ਹੋ ਗਈ। ਜਦੋਂ ਤੱਕ ਦੂਜੀ ਵਾਰ ਰਫ਼ਤਾਰ ਘਟ ਗਈ, ਜਹਾਜ਼ ਰਨਵੇ ਤੋਂ ਕਾਫੀ ਦੂਰ ਤੇ ਪਹੁੰਚ ਗਿਆ ਸੀ। ਪਾਇਲਟਸ ਨੇ ਮੁਲਾਂਕਣ ਕੀਤਾ ਕਿ ਉਡਾਨ ਰੋਕਣ ਲਈ ਕਾਫੀ ਰਨਵੇ ਨਹੀਂ ਬਚਿਆ, ਸੋ ਜਹਾਜ਼ ਨੂੰ ਰੋਕਣ ਦੀ ਬਜਾਏ ਪਾਇਲਟ ਨੇ ਟੇਕ ਆਫ ਜਾਰੀ ਰੱਖਣ ਦਾ ਫੈਸਲਾ ਕੀਤਾ ਅਤੇ ਇੰਜਨਾਂ ਨੂੰ ਵੱਧ ਤੋਂ ਵੱਧ ਜ਼ੋਰ ਨਾਲ ਵਧਾ ਦਿੱਤਾ। ਫਿਰ ਬੋਇੰਗ 787 ਰਨਵੇ ਦੇ ਲਗਭਗ ਅੰਤ ਤੋਂ ਉੱਪਰ ਉੱਠਿਆ। ਰਿਪੋਰਟਾਂ ਦੇ ਅਨੁਸਾਰ ਉਸ ਸਮੇਂ ਜਹਾਜ਼ ਦੇ ਪਿੱਛੇ ਸਿਰਫ 91 ਮੀਟਰ ਰਨਵੇ ਹੀ ਬਚਿਆ ਸੀ। ਉਡਾਨ ਭਰਨ ਤੋਂ ਥੋੜੀ ਦੇਰ ਬਾਅਦ ਚਾਲਕ ਦਲ ਨੂੰ ਟੇਲ ਸਟ੍ਰਾਈਕ ਅਤੇ ਅਸਧਾਰਨ ਟਾਇਰ ਪ੍ਰੈਸ਼ਰ ਬਾਰੇ ਚੇਤਾਵਨੀਆਂ ਮਿਲੀਆਂ। ਪਾਇਲਟਸ ਨੇ ਹਵਾਈ ਆਵਾਜਾਈ ਨਿਯੰਤਰਣ ਨੂੰ ਸਥਿਤੀ ਬਾਰੇ ਸੂਚਿਤ ਕੀਤਾ ਅਤੇ ਜਹਾਜ਼ ਨੂੰ ਮਿਊਨਿਕ ਵਾਪਸ ਭੇਜਣ ਦਾ ਫੈਸਲਾ ਕੀਤਾ। ਜਹਾਜ਼ ਤੁਰੰਤ ਨਹੀਂ ਉਤਰਿਆ। ਇਹ ਲਗਭਗ 2 ਘੰਟੇ ਹਵਾ ਵਿੱਚ ਰਿਹਾ, ਲਗਭਗ 9000 ਫੁੱਟ ਦੀ ਉਚਾਈ ਤੇ ਚੱਕਰ ਲਗਾਉਂਦਾ ਰਿਹਾ। ਇਸ ਸਮੇਂ ਦੌਰਾਨ ਜਹਾਜ਼ ਦੇ ਭਾਰ ਨੂੰ ਘਟਾਉਣ ਦੇ ਲਈ ਬਾਲਣ ਘਟਾ ਦਿੱਤਾ ਗਿਆ ਤਾਂ ਜੋ ਇਹ ਸੁਰੱਖਿਅਤ ਢੰਗ ਨਾਲ ਉਤਰ ਸਕੇ। ਇਸ ਤੋਂ ਬਾਅਦ ਜਹਾਜ਼ ਮਿਊਨਿਕ ਹਵਾਈ ਅੱਡੇ ਤੇ ਵਾਪਸ ਉਤਰਿਆ। ਜਹਾਜ਼ ਦੇ ਨਿਰੀਖਣ 'ਚ ਕਾਫੀ ਨੁਕਸਾਨ ਦਾ ਪਤਾ ਲੱਗਿਆ। ਇਸ ਵਿੱਚ ਪੂਛ ਨਾਲ ਟਕਰਾਉਣ ਅਤੇ 4 ਟਾਇਰਾਂ ਦੇ ਚੀਰਨ ਦੇ ਸੰਕੇਤ ਦਿਖਾਈ ਦਿੱਤੇ। ਲੈਂਡਿੰਗ ਦੌਰਾਨ ਜਹਾਜ਼ ਦੇ ਲੈਂਡਿੰਗ ਗੇਅਰ ਦੇ ਆਲੇ ਦੁਆਲੇ ਧੂਆਂ ਨਿਕਲਣ ਦੀ ਵੀ ਰਿਪੋਰਟ ਮਿਲੀ ਹੈ। ਇਸ ਦੇ ਬਾਵਜੂਦ ਜਹਾਜ਼ ਰਨਵੇ ਤੇ ਸੁਰੱਖਿਅਤ ਉਤਰ ਗਿਆ ਅਤੇ ਕੋਈ ਵੀ ਯਾਤਰੀ ਜਾਂ ਚਾਲਕ ਦਲ ਦੇ ਮੈਂਬਰ ਜ਼ਖਮੀ ਨਹੀਂ ਹੋਇਆ। ਸੋ ਹਾਦਸੇ ਦਾ ਸਹੀ ਕਾਰਨ ਅਜੇ ਸਪਸ਼ਟ ਨਹੀਂ ਹੈ। ਜਰਮਨੀ ਅਤੇ ਵੀਅਤਨਾਮ ਦੇ ਹਵਾਬਾਜ਼ੀ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ USA ਟੀਵੀ ਦੇ ਨਾਲ। IPTV ਬੌਕਸ ਇਲਾਵਾ ਤੁਸੀਂ ਸਾਨੂੰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ Facebook, TikTok, Instagram, YouTube ਤੇ ਸਬਸਕ੍ਰਾਈਬ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਤਾਜ਼ਾ ਖਬਰਾਂ ਤੇ ਖਾਸ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਫਿਲਹਾਲ ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ ਹੈ ਜੀ। ਮੈਨੂੰ ਦਿਓ ਇਜਾਜ਼ਤ ਔਰ ਸਭ ਦਾ ਬਹੁਤ ਬਹੁਤ ਧੰਨਵਾਦ।